ਡੀਅਰ ਸਟੂਡੈਂਟਸ ਵੈਲਕਮ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਰਿਫਲੈਕਸ਼ਨ ਔਨ ਟੈਕਸਟ ਬੁੱਕਸ ਵਿਦ ਰਿਸਪੈਕਟ ਟੂ ਜੈਂਡਰ ਇਨਵਾਇਰਨਮੈਂਟ ਐਂਡ ਹੈਲਥ। ਲਿੰਗ ਵਾਤਾਵਰਨ ਅਤੇ ਸਿਹਤ ਦੇ ਨਾਲ ਸੰਬੰਧਿਤ ਜਿਹੜੀ ਬੁੱਕਸ ਦੇ ਉੱਤੇ ਰਿਫਲੈਕਸ਼ਨ ਹੈ ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਮੈਂ ਤੁਹਾਨੂੰ ਇਹ ਦੋ ਮੀਡੀਅਮ ਦੇ ਵਿੱਚ ਮੇਰੇ ਕੋਲ ਅਵੇਲੇਬਲ ਹੈ ਮਟੀਰੀਅਲ, ਉਹਦੇ ਅਕੋਰਡਿੰਗ ਹੀ ਤੁਹਾਨੂੰ ਕਲੀਅਰ ਕਰਾਂਗੀ ਸਾਰਾ ਕੁਝ। ਹੁਣ ਇੱਕ ਜਿਹੜੀ ਪੁਸਤਕ ਹੈ ਉਹਦੇ ਵਿੱਚ ਕੀ ਹੁੰਦਾ ਹੈ, ਮੇਨ ਲੇਖਕ ਦੇ ਮੂਲ ਸ਼ਬਦ ਮੀਨਜ਼ ਜਿਹੜਾ ਲੇਖਕ ਨੇ ਆਪਣੇ ਆਪ ਲਿਖਿਆ ਹੁੰਦਾ ਹੈ, ਅਤੇ ਕੁਝ ਜਿਹੜੀਆਂ ਤਸਵੀਰਾਂ ਨੇ ਉਹਨਾਂ ਟੌਪਿਕਸ ਦੇ ਨਾਲ ਰਿਲੇਟਡ ਉਹ ਮੌਜੂਦ ਹੁੰਦੀਆਂ ਨੇ ਜੋ ਕਿ ਉਮਰ ਅਤੇ ਵਿਸ਼ੇ ਦੇ ਮੁਤਾਬਿਕ ਵੱਖ-ਵੱਖ ਹੁੰਦੀਆਂ ਨੇ। ਮੀਨਜ਼ ਜਿਹੜੀਆਂ ਕਿਤਾਬਾਂ ਨੇ ਉਹ ਬੱਚਿਆਂ ਦੇ ਉਮਰ ਅਤੇ ਜਿਹੜਾ ਉਹਨਾਂ ਦਾ ਵਿਸ਼ਾ ਹੈ, ਸਬਜੈਕਟ ਹੈ, ਉਹਦੇ ਅਕੋਰਡਿੰਗ ਵੱਖ-ਵੱਖ ਹੁੰਦੀਆਂ ਨੇ। ਅਤੇ ਇਹ ਪੁਸਤਕਾਂ ਬੱਚੇ ਦੇ ਅੰਦਰ ਜਿਹੜੀ ਬੇਸਿਕ ਐਜੂਕੇਸ਼ਨ ਹੈ ਅਤੇ ਸਮਾਜ ਦਾ ਜਿਹੜਾ ਸੱਭਿਆਚਾਰ ਹੈ, ਵੱਖ-ਵੱਖ ਜਿਹੜੇ ਸੱਭਿਆਚਾਰ ਨੇ ਉਹਨਾਂ ਦਾ ਵਿਕਾਸ ਕਰਦੀਆਂ ਨੇ। ਪਿਛਲੇ ਜਿਹੜੇ 30 ਸਾਲਾਂ ਦੇ ਵਿੱਚ ਜੋ ਵੀ ਖੋਜਾਂ ਹੋਈਆਂ ਨੇ ਉਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਖਾਸ ਕਰਕੇ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਸਭ ਤੋਂ ਵੱਧ ਫਾਇਦੇਮੰਦ ਨੇ। ਮੀਨਜ਼ ਇੰਨਾ ਹੋਰ ਕੋਈ ਵੀ ਜਿਹੜਾ ਟੂਲ ਹੈ, ਸੰਦ ਹੈ, ਉਹ ਬੈਨੀਫੀਸ਼ੀਅਲ ਨਹੀਂ ਹੈ ਜਿੰਨੀਆਂ ਕਿ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਬੈਨੀਫੀਸ਼ੀਅਲ ਨੇ ਬੱਚਿਆਂ ਦੇ ਲਈ। ਅਤੇ ਇਹਦੇ ਨਾਲ ਜਿਹੜੀ ਸਿੱਖਿਆ ਉਹਦੀ ਵਿਸ਼ੇਸ਼ਤਾ ਦੇ ਵਿੱਚ ਜਿਹੜਾ ਹੋਰ ਵੱਧ ਹੈ ਉਹ ਹੁੰਦਾ ਹੈ। ਹੁਣ ਅਸੀਂ ਗੱਲ ਕਰਾਂਗੇ ਪੁਸਤਕਾਂ, ਸਿੱਖਿਆ ਦੇ ਵਿੱਚ ਪੁਸਤਕਾਂ ਇੱਕ ਸੰਦ ਦੀ ਤਰ੍ਹਾਂ, ਟੈਕਸਟ ਬੁੱਕਸ ਐਜ਼ ਟੂਲਸ ਆਫ ਐਜੂਕੇਸ਼ਨ। ਸਿੱਖਿਆ ਦੇ ਵਿੱਚ ਜਿਹੜੀਆਂ ਪੁਸਤਕਾਂ ਨੇ ਉਹਨੂੰ ਇੱਕ ਸੰਦ ਦੀ ਤਰ੍ਹਾਂ, ਇੱਕ ਟੂਲ ਦੀ ਤਰ੍ਹਾਂ ਕਿਸ ਤਰੀਕੇ ਨਾਲ ਵਰਤਿਆ ਜਾਂਦਾ ਹੈ। ਪੁਸਤਕਾਂ ਦੇ ਨਾਲ ਅਸੀਂ ਜਿਹੜੀ ਹਰ ਤਰ੍ਹਾਂ ਦੀ ਸੂਚਨਾ ਤੱਕ ਪਹੁੰਚ ਕਰ ਸਕਦੇ ਹਾਂ। ਮੀਨਜ਼ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਅਸੀਂ ਉਸ ਤਰ੍ਹਾਂ ਦੀ ਪ੍ਰਾਪਤ ਕਰ ਸਕਦੇ ਹਾਂ। ਇਹਦੇ ਨਾਲ ਨਾ ਕੇਵਲ ਪੜ੍ਹਨ ਲਿਖਣ ਦੀ ਯੋਗਤਾ ਦੇ ਵਿੱਚ ਤਰੱਕੀ ਹੁੰਦੀ ਹੈ, ਸਗੋਂ ਜਿਹੜੇ ਵਿਅਕਤੀ ਨੇ ਉਹਨਾਂ ਦਾ ਜਿਹੜਾ ਕ੍ਰਿਟੀਕਲ ਥਿੰਕਿੰਗ, ਉਹਨਾਂ ਦੀ ਆਜ਼ਾਦੀ ਅਤੇ ਉਹਨਾਂ ਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਹੈ, ਇਸ ਤਰ੍ਹਾਂ ਦੇ ਜਿਹੜੇ ਗੁਣ ਨੇ ਉਹ ਵੀ ਪੈਦਾ ਹੁੰਦੇ ਨੇ। ਅੱਜ ਜੇਕਰ ਅਸੀਂ ਦੇਖੀਏ ਵੀ ਜਿਹੜੇ ਪੂਅਰ ਫੈਮਲੀਜ਼ ਦੇ ਬੱਚੇ ਨੇ ਉਹਨਾਂ ਦੇ ਕੋਲ ਸਿਰਫ ਜਿਹੜੀਆਂ ਕਿਤਾਬਾਂ ਹੀ ਨੇ, ਕਿਉਂਕਿ ਉਹ ਪੂਅਰ ਹੋਣ ਦੇ ਕਾਰਨ ਜਿਹੜੇ ਹੋਰ ਸਾਧਨ ਨੇ ਉਹਨਾਂ ਤੱਕ ਪਹੁੰਚ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਇਸ ਲਈ ਸਾਡੀ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਉਹਦੇ ਵਿੱਚ ਪੁਸਤਕਾਂ ਦਾ ਬੱਚਿਆਂ ਤੱਕ ਪਹੁੰਚਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਅਹਿਮ ਸੁਝਾਅ ਵੀ ਹੈ। ਹੁਣ ਕਈ ਵਾਰ ਜਿਹੜੇ ਅਧਿਆਪਕ ਨੇ ਉਹਦੇ ਲਈ ਵੀ ਪੁਸਤਕਾਂ ਦਾ ਹੋਣਾ ਸਭ ਤੋਂ ਆਖਰੀ ਸਾਧਨ ਮੰਨਿਆ ਜਾਂਦਾ ਹੈ, ਕਿਉਂਕਿ ਜਦੋਂ ਵੀ ਕਿਸੇ ਅਧਿਆਪਕ ਨੇ ਪੜ੍ਹਾਉਣਾ ਹੈ ਤਾਂ ਉਹਦੇ ਕੋਲ ਸਿਰਫ ਇੱਕ ਪੁਸਤਕ ਹੀ ਹੋਏਗੀ ਜਿਹਦੇ ਤੋਂ ਉਹਨੇ ਸਾਰੀਆਂ ਗਾਈਡਲਾਈਨਸ ਲੈਣੀਆਂ ਹੁੰਦੀਆਂ ਨੇ, ਜਿਹੜਾ ਉਹਦਾ ਸਿਲੇਬਸ ਹੁੰਦਾ ਉਹ ਸਾਰਾ ਕੁਝ ਨਿਰਧਾਰਿਤ ਹੁੰਦਾ। ਇਸ ਕਰਕੇ ਜਿਹੜਾ ਅਧਿਆਪਕ ਹੈ ਕਿਸੇ ਜਿਹੜੇ ਹੋਰ ਰਿਸੋਰਸਿਸ ਨੇ ਉਹਨਾਂ ਦੀ ਵਰਤੋਂ ਨਹੀਂ ਕਰ ਸਕਦਾ। ਕਿਤਾਬਾਂ ਦੇ ਵਿੱਚ ਪਾਠ ਕਰਨ ਦੇ ਜਿਹੜੇ ਸਧਾਰਨ ਤੱਤ ਨੇ ਉਹ ਵੀ ਹੁੰਦੇ ਨੇ। ਸਿੱਖਿਆ 'ਚ ਮੌਜੂਦ ਸਾਰੇ ਜਿਹੜੇ ਸਾਧਨਾਂ ਨਾਲੋਂ ਪੁਸਤਕਾਂ ਨੇ ਇਹ ਸਭ ਤੋਂ ਸਸਤੀਆਂ ਪਾਈਆਂ ਜਾਂਦੀਆਂ ਨੇ। ਸਸਤੀਆਂ ਮੀਨਜ਼ ਜੇਕਰ ਅਸੀਂ ਦੇਖੋ ਮੋਬਾਈਲ ਖਰੀਦਣਾ ਹੈ ਜਾਂ ਅਸੀਂ ਕੋਈ ਹੋਰ ਰਿਸੋਰਸ ਲੈਣਾ ਹੈ, ਅਸੀਂ ਕੋਈ ਡਿਕਸ਼ਨਰੀ ਪਰਚੇਜ਼ ਕਰਨੀ ਤਾਂ ਉਹ ਸਾਰੀ ਚੀਜ਼ਾਂ ਸਾਨੂੰ ਕੋਸਟਲੀ ਪੈਣੀਆਂ। ਬਟ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਸਾਰੇ ਹੀ ਸਾਧਨਾਂ ਨਾਲੋਂ ਸਸਤੀਆਂ ਨੇ। ਹੁਣ ਅਸੀਂ ਗੱਲ ਕਰਾਂਗੇ ਸਮਾਜਿਕ ਪਰਿਵਰਤਨ 'ਚ ਪੁਸਤਕਾਂ ਇੱਕ ਸੰਦ ਦੀ ਤਰ੍ਹਾਂ, ਟੈਕਸਟ ਬੁੱਕਸ ਐਜ਼ ਟੂਲਸ ਫॉर ਸੋਸ਼ਲ ਚੇਂਜ। ਮੀਨਜ਼ ਜਿਹੜੀ ਸੋਸ਼ਲ ਚੇਂਜ ਆ ਉਹਦੇ ਵਿੱਚ ਵੀ ਜਿਹੜੀਆਂ ਕਿਤਾਬਾਂ ਨੇ ਉਹ ਇੱਕ ਸੰਦ ਦੀ ਤਰ੍ਹਾਂ, ਟੂਲ ਦੀ ਤਰ੍ਹਾਂ ਕੰਮ ਕਰਦੀਆਂ ਨੇ। ਸਭ ਤੋਂ ਪਹਿਲਾਂ ਹੈ ਇਹਦੇ ਵਿੱਚ ਸਮਾਜੀਕਰਨ, ਸੋਸ਼ਲਾਈਜੇਸ਼ਨ। ਜਿਹੜੀਆਂ ਪੁਸਤਕਾਂ ਨੇ ਸਮਾਜ ਦੇ ਹਰ ਇੱਕ ਪਹਿਲੂ ਦੇ ਵਿੱਚ, ਪਹਿਲੂ ਮੀਨਜ਼ ਆਸਪੈਕਟ, ਹਰ ਇੱਕ ਪੱਖ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਇਹ ਆਪਣੀ ਸੂਚਨਾ ਦੇ ਨਾਲ ਮੀਨਜ਼ ਇੱਕ ਤਾਂ ਸਾਨੂੰ ਇਨਫੋਰਮੇਸ਼ਨ ਦਿੰਦੀਆਂ ਨੇ, ਉਹਦੇ ਨਾਲ ਸਾਨੂੰ ਜਿਹੜੇ ਸਮਾਜ ਦੇ ਆਦਰਸ਼ ਨੇ, ਮੀਨਜ਼ ਸੋਸਾਇਟੀ ਦੇ ਆਈਡੀਅਲਸ ਅਤੇ ਸਾਨੂੰ ਵੈਲਿਊਜ਼ ਦਾ ਜਿਹੜਾ ਵਿਸਥਾਰ ਰੂਪ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਵੀ ਪ੍ਰਦਾਨ ਕਰਦੀਆਂ ਨੇ। ਜਦੋਂ ਸਾਨੂੰ ਸੂਚਨਾ ਵੀ ਮਿਲੇਗੀ ਅਤੇ ਸੋਸਾਇਟੀ ਦੇ ਨਾਲ ਰਿਲੇਟਡ ਜਿਹੜੇ ਕੋਈ ਆਦਰਸ਼ ਨੇ, ਕਦਰਾਂ ਕੀਮਤਾਂ ਨੇ, ਉਹਨਾਂ ਬਾਰੇ ਸਾਨੂੰ ਸਹੀ ਤਰੀਕੇ ਨਾਲ ਜਾਣਕਾਰੀ ਮਿਲੇਗੀ ਤਾਂ ਉਹਦੇ ਨਾਲ ਕੀ ਨੇ, ਜਿਹੜੀਆਂ ਕਿਤਾਬਾਂ ਨੇ ਇੱਕ ਤਰੀਕੇ ਨਾਲ ਜਿਹੜਾ ਸੋਸ਼ਲਾਈਜੇਸ਼ਨ ਹੈ, ਸਮਾਜੀਕਰਨ ਹੈ, ਉਹ ਕਰ ਰਹੀਆਂ ਹੁੰਦੀਆਂ ਨੇ। ਦੂਸਰਾ ਹੈ ਮਨੁੱਖੀ ਹੱਕ, ਹਿਊਮਨ ਰਾਈਟ। ਇਹਦੇ ਤੋਂ ਭਾਵ ਇਹ ਕਿ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਦੁਆਰਾ ਵਿਸ਼ਵ ਪੱਧਰੀ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਦਾ ਸਾਰਿਆਂ ਤੱਕ ਪਹੁੰਚਣਾ, ਅਤੇ ਨਾ ਕੇਵਲ ਚਿੰਤਨ ਮੀਨਜ਼ ਰਿਫਲੈਕਸ਼ਨ ਦੇ ਆਧਾਰ 'ਤੇ ਜਾਂ ਥਿੰਕਿੰਗ ਦੇ ਆਧਾਰ 'ਤੇ, ਬਲਕਿ ਸਾਰੇ ਮਨੁੱਖਾਂ ਨੂੰ ਬਰਾਬਰ ਦੇ ਹੱਕ ਦੇਣੇ ਅਤੇ ਇਹਨਾਂ ਹੱਕਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਸੂਚਨਾ ਪ੍ਰਦਾਨ ਕਰਨੀ। ਹੁਣ ਐਜੂਕੇਸ਼ਨ ਕੀ ਹੈ ਸਭ ਦਾ, ਜੇਕਰ ਅਸੀਂ ਵਰਲਡ ਲੈਵਲ 'ਤੇ ਗੱਲ ਕਰੀਏ, ਹਿਊਮਨ ਰਾਈਟ ਹੈ, ਮਨੁੱਖੀ ਹੱਕ ਹੈ। ਇਸ ਕਰਕੇ ਇਹਦਾ ਸਾਰਿਆਂ ਤੱਕ ਪਹੁੰਚਣਾ ਜ਼ਰੂਰੀ ਹੈ। ਕਿਵੇਂ ਪਹੁੰਚੇਗਾ? ਜਿਹੜੀਆਂ ਬੁੱਕਸ ਨੇ ਉਹ ਜਦੋਂ ਐਜ਼ ਏ ਟੂਲ ਵਰਕ ਕਰਨੀਆਂ। ਹੁਣ ਅਸੀਂ ਗੱਲ ਕਰਾਂਗੇ ਸਿੱਖਿਆ ਅਤੇ ਲਿੰਗ ਦੀ ਬਰਾਬਰਤਾ, ਐਜੂਕੇਸ਼ਨ ਐਂਡ ਜੈਂਡਰ ਇਕੁਆਲਿਟੀ।
1948 ਦੇ ਜਿਹੜੇ ਮਨੁੱਖੀ ਹੱਕ ਮੀਨਸ ਜਿਹੜੇ ਹਿਊਮਨ ਰਾਈਟਸ ਨੇ, ਜਿਨ੍ਹਾਂ ਨੂੰ 1948 ਦੇ ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਵੀ ਕਿਹਾ ਜਾਂਦਾ ਹੈ, ਅਤੇ 1950 ਦੀ ਜਿਹੜੀ ਚੌਥੀ ਵਰਲਡ ਲੈਵਲ ਦੀ ਕਾਨਫਰੰਸ ਹੋਈ ਸੀ, ਉਹਦੇ 'ਚ ਜਿਹੜੀਆਂ ਔਰਤਾਂ ਨੇ, ਲੜਕੀਆਂ ਅਤੇ ਜਿਹੜੇ ਪਿਛੜੇ ਵਰਗ ਦੇ ਲੋਕਾਂ ਨੂੰ ਅਹਿਮ ਹਿੱਸਾ ਮੰਨਿਆ ਗਿਆ ਸੀ ਉਹਦੇ ਵਿੱਚ। ਇਹ ਸਾਰਾ ਜਿਹੜਾ ਮੂਲ ਪਾਠ ਦੇ ਵਿੱਚੋਂ ਰਾਈਟ ਟੂ ਐਜੂਕੇਸ਼ਨ ਫॉर ਆਲ ਦੇ ਬਰਾਬਰ ਦੇ ਅਧਿਕਾਰਾਂ ਦੇ ਲਈ ਅਹਿਮ ਮੰਨਿਆ ਗਿਆ ਹੈ। ਮੀਨਸ ਜਿਹੜੀ ਐਜੂਕੇਸ਼ਨ ਹੈ ਉਹਨੂੰ ਵੀ ਹਿਊਮਨ ਰਾਈਟਸ ਦੇ ਵਿੱਚ ਹੀ ਕਾਊਂਟ ਕੀਤਾ ਗਿਆ ਹੈ। ਹੁਣ ਜਿਹੜੀਆਂ ਪੁਸਤਕਾਂ ਨੇ ਉਹਨਾਂ ਨੂੰ ਲਿੰਗ ਦਾ ਚਿੱਤਰਣ ਮੀਨਸ ਲਿੰਗ ਦਾ ਵਰਣਨ ਅਤੇ ਲਿੰਗ ਨੂੰ ਸੱਭਿਆਚਾਰ ਦੇ ਨਾਲ ਵੀ ਜੋੜਿਆ ਜਾਂਦਾ ਹੈ। ਮੀਨਸ ਪੁਸਤਕਾਂ ਦੇ ਵਿੱਚ ਜੈਂਡਰ ਦਾ ਚਿੱਤਰਣ ਅਤੇ ਜੈਂਡਰ ਨੂੰ ਸੱਭਿਆਚਾਰ ਦੇ ਨਾਲ ਵੀ ਜੋੜਿਆ ਜਾਂਦਾ ਹੈ। ਜਿਵੇਂ ਕਿ ਸਮਾਜਿਕ ਵੰਡ ਅਨੁਸਾਰ ਅਸੀਂ ਕੀ ਕਹਿੰਦੇ ਹਾਂ, ਲਿੰਗ ਨੂੰ ਪੁਲਿੰਗ ਅਤੇ ਇਸਤਰੀ ਲਿੰਗ ਕਿਹਾ ਜਾਂਦਾ ਹੈ। ਮੀਨਸ ਜਦੋਂ ਅਸੀਂ ਕਹਿੰਦੇ ਵੀ ਚੇਂਜ ਦਾ ਜੈਂਡਰ ਜਾਂ ਲਿੰਗ ਬਦਲੋ, ਤਾਂ ਉਹਦੇ ਵਿੱਚ ਪੁਲਿੰਗ ਅਤੇ ਇਸਤਰੀ ਲਿੰਗ ਆਉਣਗੇ। ਲਿੰਗ ਨੂੰ ਸਮਾਜਿਕ ਵੰਡ ਅਨੁਸਾਰ ਹੀ ਵੱਖ-ਵੱਖ ਜਿਹੜੇ ਗੁਣ ਨੇ, ਸ਼ੌਕ ਨੇ ਅਤੇ ਦ੍ਰਿਸ਼ਟੀਕੋਣ ਨੇ, ਭੂਮਿਕਾਵਾਂ ਨੇ ਅਤੇ ਜ਼ਿੰਮੇਵਾਰੀਆਂ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਕੰਮ ਵੱਖਰੇ ਨੇ, ਉਹਨਾਂ ਦੀ ਭੂਮਿਕਾ ਵੱਖਰੀ, ਉਹਨਾਂ ਦੀ ਜ਼ਿੰਮੇਵਾਰੀਆਂ ਵੱਖਰੀਆਂ ਨੇ। ਉਸੇ ਤਰੀਕੇ ਨਾਲ ਜਿਹੜੇ ਜੈਂਟਸ ਨੇ ਉਹਨਾਂ ਦੇ ਅਲੱਗ ਨੇ। ਇੱਥੇ ਬੱਚੇ ਸ਼ੌਂਕ ਪੜ੍ਹਨਾ ਹੈ, ਗੁਣਾ ਸ਼ੌਂਕ। ਅਸੀਂ ਪੁਸਤਕਾਂ ਨੂੰ ਇੱਕ ਅਧਿਆਪਨ ਸੰਦ ਮੀਨਜ਼ ਐਜ ਏ ਟੀਚਿੰਗ ਟੂਲ ਦੀ ਤਰ੍ਹਾਂ ਵੀ ਵਰਤੋਂ ਦੇ ਵਿੱਚ ਲਿਆ ਕੇ ਜਿਹੜੀ ਜੈਂਡਰ ਦੀ ਇਕੁਆਲਿਟੀ ਲਈ ਠੋਸ ਕਦਮ ਚੁੱਕ ਸਕਦੇ ਹਾਂ। ਮੀਨਜ਼ ਪੁਸਤਕਾਂ ਦੇ ਵਿੱਚ ਅਸੀਂ ਜਿਹੜਾ ਮਟੀਰੀਅਲ ਆ ਉਸ ਤਰ੍ਹਾਂ ਦਾ ਕਰਨਾ ਹੈ ਕਰਿਕੂਲਮ ਦੇ ਵਿੱਚ ਐਡ, ਜਿਹੜਾ ਕਿ ਜੈਂਡਰ ਇਕੁਆਲਿਟੀ ਲੈ ਕੇ ਆਉਂਦਾ ਹੋਵੇ। ਐਜੂਕੇਸ਼ਨ ਐਂਡ ਜੈਂਡਰ ਇਕੁਆਲਿਟੀ ਦੇ ਵਿੱਚ ਕੁਝ ਜਿਹੜੇ ਹੋਰ ਪੁਆਇੰਟਸ ਨੇ ਉਹ ਵੀ ਮੈਂ ਤੁਹਾਨੂੰ ਕਲੀਅਰ ਕਰਦੀ ਹਾਂ। ਦਾ ਰਾਈਟ ਟੂ ਐਜੂਕੇਸ਼ਨ ਫॉर ਆਲ, ਅ ਪ੍ਰਾਇਓਰਿਟੀ ਫॉर ਗਰਲਸ ਐਂਡ ਵੂਮੈਨ। ਹੁਣ ਅਸੀਂ ਜੋ ਗੱਲ ਕਰਦੇ ਹਾਂ ਕਿ ਰਾਈਟ ਟੂ ਐਜੂਕੇਸ਼ਨ ਕੀ ਹੈ, ਇਹ ਸਾਰਿਆਂ ਦੇ ਲਈ ਹੈ। ਮੀਨਸ ਐਜੂਕੇਸ਼ਨ ਸਾਰਿਆਂ ਦੇ ਲਈ ਹੈ। ਇਹ ਜਿਹੜੀ ਪ੍ਰਾਇਓਰਿਟੀ ਅਸੀਂ ਕਿਹਨਾਂ ਨੂੰ ਦੇਣੀ ਹੈ, ਗਰਲਸ ਨੂੰ ਅਤੇ ਵੂਮੈਨ ਨੂੰ। ਹੁਣ ਇਹਦੇ ਲਈ ਕੀ ਕਰਨਾ ਹੈ ਕਿ ਐਜੂਕੇਸ਼ਨ ਸਾਰਿਆਂ ਦੀ ਪਹੁੰਚ ਦੇ ਅੰਦਰ ਲੈ ਕੇ ਆਉਣੀ ਹੈ, ਤਾਂ ਕਿ ਚਾਹੇ ਗਰਲਸ ਨੇ, ਵੂਮੈਨ ਨੇ, ਉਹ ਸਾਰੀਆਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਅੱਗੇ ਆਉਣ। ਅੱਗੇ ਆਉਣ ਦਾ ਮਤਲਬ ਕਿ ਜਿਹੜੀ ਉਹ ਐਜੂਕੇਸ਼ਨ ਆਪਣੀ ਸਹੀ ਤਰੀਕੇ ਨਾਲ ਲੈ ਸਕਣ, ਤਾਂ ਜੋ ਜਿਹੜੀ ਜੈਂਡਰ ਇਕੁਆਲਿਟੀ ਹੈ ਉਹਨੂੰ ਖਤਮ ਕੀਤਾ ਜਾ ਸਕੇ। ਅਤੇ ਜਿਹੜੀਆਂ ਗਰਲਸ ਨੇ ਅਤੇ ਵੂਮੈਨਸ ਦੀ ਜਿਹੜੀ ਐਜੂਕੇਸ਼ਨ ਹੈ ਉਹਨਾਂ ਨੇ ਪੋਜ਼ੀਟਿਵ ਇਨਫਲੂਐਂਸ ਵੀ ਪਾਇਆ ਹੈ। ਕਿਹਦੇ 'ਤੇ? ਸੁਸਾਇਟੀ ਦੀਆਂ ਐਕਟੀਵਿਟੀਜ਼ 'ਤੇ ਪਾਇਆ ਹੈ, ਹੈਲਥ ਦੇ ਉੱਪਰ, ਜਿਹੜੀ ਹੈਲਥ ਡੈਮੋਗ੍ਰਾਫੀ ਹੈ, ਇਕੋਨਮੀ ਦੇ ਉੱਪਰ, ਚਿਲਡਰਨਸ ਦੀ ਐਜੂਕੇਸ਼ਨ ਦੇ ਉੱਪਰ। ਕਿਉਂਕਿ ਜੇ ਅਸੀਂ ਇੱਕ ਲੜਕੀ ਨੂੰ ਪੜ੍ਹਾ ਰਹੇ ਹਾਂ ਤਾਂ ਕਿ ਅਸੀਂ ਪੂਰੀ ਫੈਮਿਲੀ ਨੂੰ ਐਜੂਕੇਟ ਕਰ ਰਹੇ ਹਾਂ, ਤਾਂ ਅੱਗੋਂ ਉਹ ਲੜਕੀ ਨੇ ਆਪਣੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਉਹਦੇ ਵੱਲ ਵੀ ਧਿਆਨ ਦੇਣਾ ਹੈ। ਕਮਿਊਨਿਟੀ ਵੈਲਫੇਅਰ ਅਤੇ ਜਿਹੜੀ ਐਜੂਕੇਸ਼ਨ ਹੈ ਵੈਸੇ ਵੀ ਉਹ ਆਪਣਾ ਜਿਹੜਾ ਇੰਪੋਰਟੈਂਟ ਰੋਲ ਪਲੇ ਕਰ ਰਹੀ ਹੈ। ਕਿਹਦੇ ਵਿੱਚ? ਟਰਾਂਸਫਾਰਮਿੰਗ ਸੋਸ਼ਲ ਰਿਲੇਸ਼ਨਸ ਅਤੇ ਇਕਨੋਮਿਕ ਸਪੋਰਟ ਦੇ ਵਿੱਚ, ਸੋਸ਼ਲ ਅਤੇ ਪੋਲੀਟੀਕਲ ਡਿਵੈਲਪਮੈਂਟ ਦੇ ਵਿੱਚ। ਹੁਣ ਜਿਹੜੀਆਂ ਗਰਲਸ ਨੇ ਅਤੇ ਵੂਮੈਨ ਨੇ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਪ੍ਰਾਇਓਰਿਟੀ ਉਹ ਦਿੱਤੀ ਜਾਣੀ ਚਾਹੀਦੀ ਹੈ। ਅਤੇ ਜਿਹੜਾ ਐਨਾਲਿਸਿਸ ਹੈ ਮੀਨਸ ਇਹ ਦੇਖਣਾ ਹੈ ਵੀ ਜਿਹੜੀ ਜੈਂਡਰ ਇਨਇਕੁਆਲਿਟੀ ਹੈ ਉਹਨੂੰ ਘੱਟ ਕੀਤਾ ਜਾਵੇ ਜਾਂ ਉਹਨੂੰ ਬਿਲਕੁਲ ਹੀ ਖਤਮ ਕੀਤਾ ਜਾਵੇ। ਦੂਸਰਾ ਹੈ ਟੈਕਸਟ ਬੁੱਕ ਐਜ਼ ਇੰਪੋਰਟੈਂਟ ਵੇਰੀਏਬਲ ਇਨ ਗਰਲਜ਼ ਐਜੂਕੇਸ਼ਨ ਐਂਡ ਜੈਂਡਰ ਇਕੁਆਲਿਟੀ। ਹੁਣ ਟੈਕਸਟ ਬੁੱਕ ਇੱਕ ਮਹੱਤਵਪੂਰਨ ਵੇਰੀਏਬਲ, ਇੱਕ ਮਹੱਤਵਪੂਰਨ ਤੱਤ ਦੇ ਰੂਪ ਦੇ ਵਿੱਚ ਅਸੀਂ ਯੂਜ਼ ਕਰਨਾ ਹੈ ਗਰਲਜ਼ ਦੀ ਐਜੂਕੇਸ਼ਨ ਦੇ ਵਿੱਚ ਅਤੇ ਜਿਹੜੀ ਜੈਂਡਰ ਇਕੁਆਲਿਟੀ ਹੈ ਉਹਦੇ ਵਿੱਚ। ਜੈਂਡਰ ਇਕੁਆਲਿਟੀ ਮੀਨਸ ਲਿੰਗ ਸਮਾਨਤਾ। ਹੁਣ ਸਰਕਾਰ ਵੱਲੋਂ ਬਹੁਤ ਸਾਰਾ ਜਿਹੜੇ ਐਫਰਟਸ ਨੇ ਉਹ ਕੀਤੇ ਜਾ ਰਹੇ ਨੇ ਮੀਨਸ ਗਰਲਜ਼ ਦੀ ਐਜੂਕੇਸ਼ਨ ਦੇ ਲਈ ਸਪੈਸ਼ਲੀ, ਮੀਨਸ ਤਾਂ ਜੋ ਜਿਹੜੀ ਜੈਂਡਰ ਡਿਸਪੈਰਿਟੀਜ਼ ਨੇ, ਲਿੰਗ ਅਸਮਾਨਤਾਵਾਂ ਨੇ, ਉਹਨਾਂ ਨੂੰ ਖਤਮ ਕੀਤਾ ਜਾਵੇ। ਹੁਣ ਇਹਦੇ ਲਈ ਬਹੁਤ ਸਾਰੇ ਜਿਹੜੇ ਫੈਕਟਰਸ ਨੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਹੋਲਡ ਬੈਕ ਲੈ ਕੇ ਜਾ ਰਹੇ ਨੇ ਗਰਲਜ਼ ਦੀ ਐਜੂਕੇਸ਼ਨ ਨੂੰ, ਮੀਨਸ ਪਿੱਛੇ ਲੈ ਕੇ ਜਾ ਰਹੇ ਨੇ। ਜਿਵੇਂ ਕਿ ਦਾ ਇਕਨੋਮਿਕ ਸਟੇਟਸ ਐਂਡ ਲੋ ਇਨਕਮ, ਜੇਕਰ ਇਕਨੋਮਿਕ ਕੰਡੀਸ਼ਨ ਨਹੀਂ ਵਧੀਆ, ਫੈਮਿਲੀ ਦੀ ਇਨਕਮ ਲੋ ਹੈ, ਜਾਂ ਫੈਮਿਲੀ ਐਂਡ ਸੋਸ਼ਲ ਇਨਵਾਇਰਨਮੈਂਟ ਵਿਦ ਟਰੈਡੀਸ਼ਨਲ ਪੈਟਰੀਆਰਕਲ ਸਟਰਕਚਰਸ, ਜਾਂ ਜੇ ਫੈਮਿਲੀ ਦਾ ਜਿਹੜਾ ਬੈਕਗਰਾਊਂਡ ਆ, ਇਨਵਾਇਰਨਮੈਂਟ ਆ, ਉਹ ਬਹੁਤ ਹੀ ਜ਼ਿਆਦਾ ਟਰੈਡੀਸ਼ਨਲ ਹੈ। ਅਤੇ ਜਿਹੜੇ ਓਪਰੇਸ਼ਨਲ ਫੇਲੀਅਰਸ ਇਨ ਦ ਐਜੂਕੇਸ਼ਨ ਸਿਸਟਮ ਮੀਨਸ ਜਿਹੜੇ ਐਜੂਕੇਸ਼ਨ ਸਿਸਟਮ ਦੇ ਵਿੱਚ ਕੁਛ ਜਿਹੜੇ ਓਪਰੇਸ਼ਨਸ ਨੇ, ਕੰਮ ਨੇ, ਉਹ ਫੇਲ ਹੋ ਜਾਂਦੇ ਨੇ ਡਿਊ ਟੂ ਸ਼ਾਰਟੇਜ ਆਫ ਸਕੂਲਸ। ਜਿਵੇਂ ਕਿ ਸਕੂਲਾਂ ਦੀ ਕਮੀ ਹੁੰਦੀ ਹੈ, ਟੀਚਿੰਗ ਮਟੀਰੀਅਲ ਘੱਟ ਹੁੰਦਾ ਹੈ,
ਟੀਚਰਸ ਘੱਟ ਹੁੰਦੇ ਨੇ, ਸੈਕਸੁਅਲ ਅਬਿਊਜ਼ ਆਫ ਗਰਲਸ ਹੁੰਦੇ ਨੇ ਐਂਡ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਨੇ, ਜਿਹਦੇ ਕਰਕੇ ਵੀ ਜਿਹੜੀ ਜੈਂਡਰ ਇਕੁਆਲਿਟੀ ਉਹ ਆਉਣ ਦੇ ਵਿੱਚ ਜਿਹੜਾ ਦਿੱਕਤ ਹੈ ਉਹ ਆ ਰਹੀ ਹੈ। ਦੇयर इज़ ਆਲਸੋ ਲਿੰਕ ਬਿਟਵੀਨ ਗਰਲਸ ਅੰਡਰ ਅਚੀਵਮੈਂਟ ਐਂਡ ਟੈਕਸਟ ਬੁੱਕ। ਅੰਡਰ ਅਚੀਵਮੈਂਟ ਮੀਨਸ ਜਿਹੜੀ ਚੀਜ਼ ਨੂੰ ਹਾਲੇ ਅਸੀਂ ਅਚੀਵ ਕਰਨ ਜਾ ਰਹੇ ਹਾਂ, ਕਰ ਰਹੇ ਹਾਂ, ਅਤੇ ਇੱਕ ਲਿੰਕ ਵੀ ਹੈ ਕਿਹਦੇ ਵਿਚਕਾਰ, ਗਰਲਸ ਦੀ ਅੰਡਰ ਅਚੀਵਮੈਂਟ ਮੀਨਸ ਘੱਟ ਪ੍ਰਾਪਤੀਆਂ ਹੋਣੀਆਂ, ਅਤੇ ਟੈਕਸਟ ਬੁੱਕ ਦੇ ਵਿਚਕਾਰ। ਹਾਂ ਕਿਸ ਤਰ੍ਹਾਂ ਦਾ, ਕਿਉਂਕਿ ਇਹ ਨਾਲ ਜਿਹੜੀ ਜੈਂਡਰ ਇਨਇਕੁਆਲਿਟੀ ਅਤੇ ਡਿਸਕ੍ਰਿਮੀਨੇਸ਼ਨ ਹੈ ਉਹ ਟੈਕਸਟ ਬੁੱਕ ਦੇ ਵਿੱਚ ਵੀ ਪਾਇਆ ਜਾਂਦਾ ਹੈ। ਅਤੇ ਜਦੋਂ ਜੋ ਟੈਕਸਟ ਬੁੱਕਸ ਦੇ ਵਿੱਚ ਜਿਸ ਤਰੀਕੇ ਨਾਲ ਪੜ੍ਹਾਇਆ ਜਾਏਗਾ ਉਹਦੇ ਅਕੋਰਡਿੰਗ ਜਿਹੜੀ ਜੈਂਡਰ ਇਨਇਕੁਆਲਿਟੀ ਆ ਉਹ ਬਣੀ ਰਹੇਗੀ। ਹੁਣ ਦੇਖੋ ਗਰਲਸ ਹੈਵ ਫਿਊਅਰ ਬੁੱਕਸ ਦੈਨ ਬॉयज़, ਹੁਣ ਜਿਹੜੀਆਂ ਲੜਕੀਆਂ ਨੇ ਉਹਨਾਂ ਕੋਲ ਲੜਕਿਆਂ ਨਾਲੋਂ ਕਿਤਾਬਾਂ ਘੱਟ ਹੁੰਦੀਆਂ ਨੇ। ਸਿੰਸ ਟੈਕਸਟ ਬੁੱਕਸ ਆਰ ਐਕਸਪੈਂਸਿਵ, ਕਿਉਂਕਿ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਕੀ ਨੇ, ਸਸਤੀਆਂ ਨੇ ਭਾਵੇਂ ਮਹਿੰਗੀਆਂ ਨੇ, ਐਕਸਪੈਂਸਿਵ, ਅਤੇ ਦੇਅਰ ਇਜ਼ ਐਂਡ ਇਨ ਸ਼ਾਰਟ ਸਪਲਾਈ, ਕੀ ਹੈ ਮਹਿੰਗੀਆਂ ਹੋਣ ਕਰਕੇ, ਅਤੇ ਜਿਹੜੀ ਸ਼ਾਰਟ ਸਪਲਾਈ ਹੈ ਉਹਦੇ ਹੋਣ ਕਰਕੇ। ਹੁਣ ਦ ਰੀਪ੍ਰਜੈਂਟੇਸ਼ਨ ਆਫ ਬੋਥ ਜੈਂਡਰਸ ਇਨ ਟੈਕਸਟ ਬੁੱਕ, ਹੁਣ ਟੈਕਸਟ ਬੁੱਕਸ ਦੇ ਵਿੱਚ ਦੋਨੋਂ ਜੈਂਡਰਸ ਨੂੰ ਕਿਸ ਤਰੀਕੇ ਨਾਲ ਰੀਪ੍ਰਜੈਂਟ ਕੀਤਾ ਜਾਂਦਾ ਹੈ, ਰੀਇਨਫੋਰਸਡ ਥਰੂ ਟੀਚਰ ਪਿਊਪਲ ਇੰਟਰੈਕਸ਼ਨ ਵਿਦ ਦ ਟੀਚਰ, ਕੰਟੀਨਿਊ ਟੂ ਪੁੱਟ ਗਰਲਸ ਐਟ ਅ ਡਿਸਐਡਵਾਂਟੇਜ। ਮੀਨਸ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਜਿਹੜਾ ਟੀਚਰ ਹੈ, ਠੀਕ ਹੈ, ਜਾਂ ਟੀਚਰ ਪੀਪਲ ਇੰਟਰੈਕਸ਼ਨ ਹੈ ਟੀਚਰ ਦੇ ਨਾਲ ਬੱਚਿਆਂ ਦੀ, ਤਾਂ ਉਹਨੂੰ ਰੀਇਨਫੋਰਸ ਕੀਤਾ ਜਾਂਦਾ, ਠੀਕ ਹੈ, ਵਿਦ ਜੈਂਡਰ। ਹੁਣ ਜਿਵੇਂ ਜਿਹੜਾ ਟੀਚਰ ਹੈ ਜੇ ਲੜਕੇ ਨਾਲ ਕਿਸੇ ਹੋਰ ਤਰੀਕੇ ਨਾਲ ਗੱਲ ਕਰੇ ਉਹ ਲੜਕੀ ਨਾਲ ਉਸ ਤਰੀਕੇ ਨਾਲ ਗੱਲ ਨਹੀਂ ਕਰ ਸਕੇਗਾ। ਜਿਵੇਂ ਕਿ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਵੀ ਜਿਹੜੇ ਕਿਸੇ ਗਰਲਸ ਨੂੰ ਡਾਇਰੈਕਟ ਨਹੀਂ ਕਹਿ ਸਕਦੇ, ਵੀ ਉਹਨਾਂ ਨੂੰ ਜਿਹੜੇ ਫੀਮੇਲ ਟੀਚਰ ਨੇ ਉਹੀ ਸਮਝਾਉਣਗੇ। ਹੁਣ ਇਹਦੇ ਲਈ ਵੀ ਜਿਹੜਾ ਇਹ ਬੁੱਕਸ ਨੇ, ਟੈਕਸਟ ਬੁੱਕਸ ਨੇ, ਇਹ ਜੈਂਡਰ ਰਿਪਰੈਜੈਂਟੇਸ਼ਨ ਨੂੰ ਇਹਦੇ ਵਿੱਚ ਚੇਂਜ ਕਰਨਾ ਜ਼ਰੂਰੀ ਹੈ। ਹੁਣ ਟੀਚਰਸ ਮਸਟ ਆਲਸੋ ਵੀ ਟ੍ਰੇਨਡ, ਹੁਣ ਜਿਹੜੇ ਟੀਚਰਸ ਨੇ ਉਹਨਾਂ ਨੂੰ ਵੀ ਟ੍ਰੇਨਡ ਕਰਨਾ ਜ਼ਰੂਰੀ ਹੈ, ਟੂ ਅਵੋਇਡ ਕੰਟਰੀਬਿਊਟਿੰਗ ਟੂ ਦ ਟਰਾਂਸਮਿਸ਼ਨ ਆਫ ਰਿਪਰੈਜੈਂਟੇਸ਼ਨ ਐਂਡ ਕਨਵੇ ਇਨਇਕੁਆਲਿਟੀ ਵਾਟ ਐਵਰ ਟੈਕਸਟ ਬੁੱਕ ਇਜ਼ ਯੂਜ਼ਡ। ਹੁਣ ਜਿਹੜੀ ਟੈਕਸਟ ਬੁੱਕ ਅਧਿਆਪਕ ਯੂਜ਼ ਕਰ ਰਿਹਾ ਤਾਂ ਅਧਿਆਪਕ ਨੇ ਉਹਦੇ ਅਕੋਰਡਿੰਗ ਜਿਹੜੀ ਜੈਂਡਰ ਇਨਇਕੁਆਲਿਟੀ ਹੈ ਉਹਨੂੰ ਕਨਵੇ ਕਰਨ ਤੋਂ ਅਵੋਇਡ ਕਰਨਾ ਹੈ, ਤਾਂ ਜੋ ਅੱਗੋਂ ਜਿਹੜੀ ਹੋਰ ਦੀ ਟਰਾਂਸਮਿਸ਼ਨ ਹੈ, ਟਰਾਂਸਮਿਸ਼ਨ ਮੀਨਸ ਅੱਗੇ ਜਿਹੜਾ ਇਹਦਾ ਸੰਚਾਰ ਹੈ ਉਹ ਜ਼ਿਆਦਾ ਨਾ ਹੋ ਸਕੇ। ਹੁਣ ਹੈ ਜੈਂਡਰਡ ਰਿਪਰੈਜੈਂਟੇਸ਼ਨ ਇਨ ਮੈਥਮੈਟਿਕਸ ਟੈਕਸਟ ਬੁੱਕਸ। ਹੁਣ ਮੈਥ ਦੇ ਜਿਹੜਾ ਟੈਕਸਟ ਬੁੱਕਸ ਨੇ ਉਹਦੇ ਵਿੱਚ ਜਿਹੜੀ ਜੈਂਡਰ ਨੂੰ ਉਹਨੂੰ ਕਿਸ ਤਰੀਕੇ ਨਾਲ ਰਿਪਰੈਜੈਂਟ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਟੂ ਪ੍ਰੂਵ ਦੈਟ ਇਟ ਇਜ਼ ਇੰਪੋਰਟੈਂਟ ਟੂ ਕਵਰ ਆਲ ਸਬਜੈਕਟਸ, ਮੀਨਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਮੈਥ ਦੀ ਜਿਹੜੀ ਟੈਕਸਟ ਬੁੱਕ ਹੈ ਕਿ ਜਿਹੜੀ ਕਿ ਸਾਰੇ ਵਿਸ਼ਿਆਂ ਦਾ ਉਹ 'ਚ ਕਵਰ ਕਰਦੀ ਹੋਵੇ। ਹੁਣ ਜਿਵੇਂ ਕਿ ਅਸੀਂ ਦੇਖੋ ਉਹਦੇ 'ਚ ਰੀਡਿੰਗ, ਹਿਸਟਰੀ, ਜੋਗਰਾਫੀ, ਸਿਵਿਕਸ, ਇਹ ਜਿਹੜੇ ਟੈਕਸਟ ਬੁੱਕਸ ਨੇ ਉਹ ਕਿਵੇਂ ਨੇ, ਫੁੱਲ ਆਫ ਸੋਸ਼ਲ ਰਿਪਰੈਜੈਂਟੇਸ਼ਨ, ਮੀਨਸ ਪੂਰੀ ਜਿਹੜੀ ਸੁਸਾਇਟੀ ਹੈ, ਸੋਸ਼ਲ ਸਾਡਾ ਸਟਰਕਚਰ ਆ ਉਹਨੂੰ ਰਿਪਰੈਜੈਂਟ ਕਰਦੀਆਂ ਨੇ। ਹੁਣ ਜਿਹੜਾ ਮੈਥਮੈਟਿਕਸ ਹੈ, ਲੈਸਨਸ ਮੇ ਸੀਮ ਟੂ ਬੀ ਨਿਊਟਰਲ, ਨਿਊਟਰਲ ਮੀਨਸ ਜਿਹੜੇ ਵੱਖਰੇ ਨੇ ਉਹ ਹੋਣਗੇ, ਅਤੇ ਲੈਕਿੰਗ ਇਨ ਰਿਪਰੈਜੈਂਟੇਸ਼ਨ, ਅਤੇ ਉਹਦੇ 'ਚ ਜਿਹੜੀ ਰਿਪਰੈਜੈਂਟੇਸ਼ਨ ਹੈ ਉਹਦੀ ਵੀ ਕਮੀ ਹੈ। ਐਬਸਟਰੈਕਟ ਆਈਡੀਆਜ਼ ਆਰ ਟਰਾਂਸਲੇਟਡ ਇਨਟੂ ਐਗਜ਼ਾਮਪਲਸ, ਹੁਣ ਜਿਹੜੇ ਐਬਸਟਰੈਕਟ ਆਈਡੀਆਜ਼ ਹੁੰਦੇ ਨੇ ਉਹਨਾਂ ਨੂੰ ਐਗਜ਼ਾਮਪਲ ਦੇ ਵਿੱਚ ਮੀਨਸ ਭਾਵਵਾਚਕ ਵਿਚਾਰ ਹੁੰਦੇ ਨੇ ਜਿਹੜੇ ਉਹਨਾਂ ਨੂੰ ਐਗਜ਼ਾਮਪਲ ਦੇ ਦੁਆਰਾ ਜਦੋਂ ਉਹਨੂੰ ਟਰਾਂਸਲੇਟ ਕੀਤਾ ਜਾਂਦਾ ਹੈ ਤਾਂ ਚਿਲਡਰਨਸ ਐਵਰੀਡੇ ਲਾਈਫ ਇਨ ਆਰਡਰ ਟੂ ਮੇਕ ਲਰਨਿੰਗ ਈਜ਼ੀਅਰ, ਮੀਨਸ ਉਹਨਾਂ ਨੂੰ ਜਿਹੜੇ ਬੱਚੇ ਨੇ ਉਹਨਾਂ ਦੀ ਜੋ ਡੇਲੀ ਲਾਈਫ ਹੈ ਉਹਦੇ ਨਾਲ ਜੋੜਨਾ, ਇਹ ਨਾਲ ਜਿਹੜੇ ਬੱਚੇ ਨੇ ਉਹ ਉਹਨਾਂ ਦੇ ਲਈ ਸੌਖਾ ਹੋ ਜਾਏਗਾ ਸਿੱਖਣਾ। these lessons thus present characters with gendered identities, ਹੁਣ ਜਿਹੜੇ ਲੈਸਨਸ ਨੇ ਉਹ ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਪ੍ਰਗਟ ਕਰਦੇ ਨੇ, ਜੈਂਡਰਡ ਆਈਡੈਂਟੀਟੀਜ਼ ਮੀਨਸ ਲਿੰਗ ਪਛਾਣ। ਮੈਥਮੈਟਿਕਸ ਟੈਕਸਟ ਬੁੱਕਸ ਕਨਵੇ ਮੈਨੀ ਰਿਪਰੈਜੈਂਟੇਸ਼ਨ ਆਫ ਸੁਸਾਇਟੀ ਨੂੰ ਵੀ ਕਾਫੀ ਇਹਦੇ ਵਿੱਚ ਰਿਪਰੈਜੈਂਟ ਕੀਤਾ ਜਾਂਦਾ ਹੈ, ਵਿਚ ਆਰ ਆਲ ਦਾ ਮੋਰ ਪ੍ਰੀਸ਼ੀਅਸ ਬਟ ਨਾਟ, ਇਹਦੇ ਬੱਚੇ ਸਪੈਲਿੰਗ ਗਲਤ ਨੇ, ਪ੍ਰੀਸ਼ੀਅਸ ਬਟ ਨਾਟ ਬੀਇੰਗ ਕੌਨਸ਼ੀਅਸਲੀ ਰਜਿਸਟਰਡ, ਬਟ ਜ਼ਰੂਰੀ ਤਾਂ ਹੈਗੇ ਨੇ, ਠੀਕ ਹੈ ਜੀ, ਬਟ ਉਹ ਕੌਨਸ਼ੀਅਸਲੀ ਜਿਹੜੇ ਚੰਗੀ ਤਰ੍ਹਾਂ ਰਜਿਸਟਰਡ ਨਹੀਂ ਕੀਤੇ ਗਏ। ਨੈਕਸਟ ਹੈ ਟੂ ਹੈਲਪ ਡੀਕਨਸਟਰਕਟ ਦਾ ਨੈਚੁਰਲਾਈਜੇਸ਼ਨ ਆਫ ਸਕਿੱਲਸ ਇਨ ਸਾਇੰਟੀਫਿਕ ਸਬਜੈਕਟਸ, ਜਿਹੜੇ ਵਿਗਿਆਨਿਕ ਵਿਸ਼ੇ ਨੇ ਉਹਨਾਂ ਦੇ ਵਿੱਚ ਕੌਸ਼ਲਾਂ ਦਾ ਜਿਹੜਾ ਕੁਦਰਤੀ ਪੜ੍ਹਨਾ ਉਹ ਵੀ ਹੋਣਾ ਜ਼ਰੂਰੀ ਹੈ। ਹੁਣ ਇਹਦੇ ਵਿੱਚ ਜਿਵੇਂ ਮੈਥ ਨੂੰ ਅੰਡਰਸਟੈਂਡ ਕਰਨ ਦੇ ਵਿੱਚ
ਜਿਹੜੀਆਂ ਗੁੱਡ ਐਗਜ਼ੈਂਪਲਸ ਨੇ ਉਹ ਨੈਚੁਰਲਾਈਜੇਸ਼ਨ ਦੇ ਅਕੋਰਡਿੰਗ ਦਿੱਤੀਆਂ ਜਾ ਸਕਦੀਆਂ ਨੇ। ਮੀਨਸ ਜੋ ਹੈ ਜੈਂਡਰ ਬੇਸ ਐਟਰੀਬਿਊਸ਼ਨ ਇਚ ਆਫ ਇੰਟੈਲੈਕਚੁਅਲ ਸਕਿੱਲਸ, ਠੀਕ ਹੈ ਜੀ। ਇਨ ਮੈਨੀ ਕਲਚਰਸ, ਬਹੁਤ ਸਾਰੇ ਕਲਚਰਸ ਦੇ ਵਿੱਚ, ਸੱਭਿਆਚਾਰਾਂ ਦੇ ਵਿੱਚ, ਇਟ ਇਜ਼ ਕਾਮਨਲੀ ਥਰੂ ਦੈਟ ਬॉयਜ਼ ਐਂਡ ਮੈਨ ਆਰ ਨੈਚੁਰਲੀ, ਮੀਨਸ ਜਿਹੜੇ ਬॉयਜ਼ ਨੇ ਅਤੇ ਆਦਮੀ ਮੈਨ ਮਰਦ ਉਹ ਕੀ ਨੇ ਵੀ ਨੈਚੁਰਲੀ ਗੁੱਡ ਐਟ ਟੈਕਨੀਕਲ ਐਂਡ ਸਾਇੰਟੀਫਿਕ ਸਬਜੈਕਟਸ, ਮੀਨਸ ਜਿਹੜੇ ਲੜਕੇ ਨੇ ਜੈਂਟਸ ਨੇ ਉਹ ਟੈਕਨੀਕਲ ਅਤੇ ਜਿਹੜੇ ਸਾਇੰਟੀਫਿਕ ਸਬਜੈਕਟਸ ਨੇ ਇਹਨਾਂ ਦੇ ਵਿੱਚ ਵਧੀਆ ਨੇ। ਵਾਈਲ ਗਰਲਜ਼ ਐਂਡ ਵੂਮੈਨ ਆਰ ਗੁੱਡ ਐਟ ਲਿਟਰੇਚਰ ਐਂਡ ਸੋਸ਼ਲ ਸਾਇੰਸਿਸ, ਅਤੇ ਜਿਹੜੀਆਂ ਗਰਲਜ਼ ਨੇ ਉਹ ਲਿਟਰੇਚਰ ਦੇ ਵਿੱਚ ਅਤੇ ਸੋਸ਼ਲ ਸਾਇੰਸਿਸ ਦੇ ਵਿੱਚ ਵਧੀਆ ਹੁੰਦੀਆਂ ਨੇ। ਇਹ ਕੀ ਹੈ? ਜੈਂਡਰ ਡਿਸਕ੍ਰਿਮੀਨੇਸ਼ਨ ਹੈ। ਨੈਕਸਟ ਹੈ ਟੂ ਸਟੱਡੀ ਅ ਸਬਜੈਕਟ ਦੈਟ ਅ ਪਰਟੀਕੂਲਰਲੀ ਡਿਸਕ੍ਰਿਮੀਨੇਟਰੀ ਅਗੇਂਸਟ ਵੂਮੈਨ, ਮੀਨਸ ਕਿ ਇਸ ਤਰ੍ਹਾਂ ਦੇ ਵਿਸ਼ੇ ਨੂੰ ਸਟੱਡੀ ਕਰਨਾ ਜੋ ਕਿ ਔਰਤਾਂ ਦੇ ਪ੍ਰਤੀ ਜਿਹੜਾ ਵਿਸ਼ੇਸ਼ ਵਿਤਕਰਾ ਕਰਦਾ ਹੋਵੇ। ਜਿਵੇਂ ਕਿ ਹੁਣ ਕੁਛ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਸਬਜੈਕਟ ਦੀ। ਹੁਣ ਹੋਮ ਸਾਇੰਸ ਹੈ, ਉਹ ਸਿਰਫ ਉਹਨੂੰ ਜ਼ਿਆਦਾ ਗਰਲਸ ਕਰਦੀਆਂ ਨੇ। ਸਿਲਾਈ ਕਢਾਈ ਦਾ ਕੰਮ ਉਹ ਵੀ ਮੋਸਟਲੀ ਗਰਲਸ ਨੂੰ, ਅਤੇ ਜਿਹੜਾ ਖੇਤੀਬਾੜੀ ਨਾਲ ਰਿਲੇਟਡ ਕੰਮ ਹੈ ਉਹ ਬॉयਜ਼ ਨੂੰ। ਇਹ ਕੀ ਚੀਜ਼ ਹੈ? ਇਹ ਵੀ ਜਿਹੜਾ ਸਾਡਾ ਕਰੀਕੁਲਮ ਹੈ, ਭਾਵੇਂ ਮੈਥ ਦੀ ਟੈਕਸਟ ਬੁੱਕ ਦੀ ਗੱਲ ਕਰੀਏ, ਭਾਵੇਂ ਅਸੀਂ ਦੂਸਰੀਆਂ ਟੈਕਸਟ ਬੁੱਕਸ ਦੀ, ਇਹ ਜਿਹੜਾ ਵਖਰੇਵਾਂ ਹੈ ਉਹ ਕਰਦਾ ਹੈ। ਮੀਨਸ ਜਿਹੜੀ ਜੈਂਡਰ ਇਕੁਆਲਿਟੀ ਹੈ ਉਹ ਨਹੀਂ ਆਉਂਦੀ ਜਦੋਂ ਅਸੀਂ ਇਸ ਤਰੀਕੇ ਨਾਲ ਜਿਹੜੇ ਅਲੱਗ ਸਬਜੈਕਟ ਨੇ ਉਹ ਇਕੱਲੀਆਂ ਫੀਮੇਲਸ ਲਈ ਹੀ ਕਹਿ ਦਿੰਦੇ ਕਿ ਤੁਸੀਂ ਇਹਨਾਂ ਨੂੰ ਹੀ ਪੜ੍ਹਨਾ ਹੈ। ਬੱਚਿਆਂ ਨੂੰ ਪੰਜਾਬੀ ਦੇ ਵਿੱਚ ਜਿਹੜਾ ਹਿਸਾਬ ਦੀ ਪੁਸਤਕ ਆ ਉਹਦੇ ਵਿੱਚ ਲਿੰਗ ਦਾ ਚਿਤਰਨ, ਬਾਕੀ ਜੋ ਤੁਸੀਂ ਮੈਂ ਜੋ ਟਰਾਂਸਲੇਟ ਕੀਤਾ ਉਹਦੇ ਅਕੋਰਡਿੰਗ ਵੀ ਲਿਖ ਸਕਦੇ ਹੋ, ਨਾਲ ਨਾਲ ਤੁਸੀਂ ਇਹਨੂੰ ਵੀ ਐਡੀਸ਼ਨ ਕਰ ਲਿਓ, ਦੋਨੋਂ ਹੀ ਮੀਡੀਅਮ ਵਾਲੇ ਬੱਚੇ। ਮੈਥ ਤੋਂ ਇਲਾਵਾ ਹਰ ਇੱਕ ਵਿਸ਼ੇ 'ਚ ਜਿਹੜੇ ਸਮਾਜਿਕ ਚਿੱਤਰਾਂ ਦਾ ਵਰਣਨ ਕੀਤਾ ਗਿਆ ਹੁੰਦਾ ਹੈ, ਠੀਕ ਹੈ। ਮੀਨਸ ਜਿਹੜਾ ਮੈਥ ਸਬਜੈਕਟ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੇ ਸਾਡੇ ਸੁਸਾਇਟੀ ਨਾਲ ਰਿਲੇਟਡ ਪਿਕਚਰਸ ਹੁੰਦੀਆਂ ਨੇ, ਤਸਵੀਰਾਂ ਹੁੰਦੀਆਂ ਨੇ, ਇਹ ਇਹਦੇ ਵਿੱਚ ਨਹੀਂ ਦਿੱਤੀਆਂ ਜਾਂਦੀਆਂ। ਇਸ ਲਈ ਜਿਹੜੀ ਹਿਸਾਬ ਦੀ ਪਾਠ ਪੁਸਤਕ ਹੈ ਉਹਨੂੰ ਲਿੰਗ ਆਧਾਰਿਤ ਉਦਾਹਰਨਾਂ ਦਾ ਪੇਸ਼ ਕਰਨਾ ਜ਼ਰੂਰੀ ਹੈ। ਮੀਨਸ ਜਿਹੜੀਆਂ ਜੈਂਡਰ ਦੇ ਨਾਲ ਸੰਬੰਧਿਤ ਉਦਾਹਰਨਾਂ ਨੇ ਉਹ ਉਹਦੇ ਵਿੱਚ ਪਾਉਣੀਆਂ ਜ਼ਰੂਰੀ ਨੇ, ਤਾਂ ਜੋ ਇਹ ਜਿਹੜਾ ਸਬਜੈਕਟ ਹੈ ਵੀ ਉਹਨਾਂ ਦੇ ਨਾਲ ਲਿੰਕਡ ਹੋ ਸਕੇ। ਫਿਰ ਲਿੰਗ ਆਧਾਰਿਤ ਪੜ੍ਹਾਈ ਦੀ ਵੰਡ ਕਰਨਾ, ਸਟਾਰਟਿੰਗ ਤੋਂ ਹੀ ਮੰਨਿਆ ਜਾਂਦਾ ਕਿ ਜਿਹੜੇ ਮੁੰਡੇ ਨੇ ਉਹ ਸਾਇੰਸ ਅਤੇ ਜਿਹੜੀ ਟੈਕਨੀਕਲ ਸਬਜੈਕਟਸ ਦੇ ਵਿੱਚ, ਅਤੇ ਜਿਹੜੀਆਂ ਲੜਕੀਆਂ ਨੇ ਉਹ ਸੋਸ਼ਲ ਸਾਇੰਸਿਸ ਅਤੇ ਲਿਟਰੇਚਰ ਦੇ ਵਿੱਚ ਉਹਨਾਂ ਨੂੰ ਵਧੀਆ ਮੰਨਿਆ ਜਾਂਦਾ ਹੈ। ਅਤੇ ਇਸ ਕਨਸੈਪਟ ਨੂੰ ਵੀ ਖਤਮ ਕਰਨ ਦੇ ਲਈ ਜਿਹੜੀਆਂ ਪੁਸਤਕਾਂ ਨੇ ਉਹ ਬਹੁਤ ਇੱਕ ਇੰਪੋਰਟੈਂਟ ਟੂਲ ਦਾ ਰੋਲ ਪਲੇ ਕਰ ਸਕਦੀਆਂ ਨੇ। ਹੁਣ ਹੈ ਇਨਵਾਇਰਨਮੈਂਟ ਰਿਪਰੈਜੈਂਟੇਸ਼ਨ ਇਨ ਟੈਕਸਟ ਬੁੱਕਸ, ਕਿਤਾਬਾਂ 'ਚ ਵਾਤਾਵਰਣ ਦਾ ਚਿੱਤਰਨ। ਹੁਣ ਵਾਤਾਵਰਣ ਦੇ ਜੇਕਰ ਅਸੀਂ ਵੱਖ-ਵੱਖ ਜਿਹੜੇ ਕੰਟੈਕਸਟ ਨੇ ਉਹ ਦੇਖੀਏ, ਉਹਨਾਂ ਨੂੰ ਸਕੂਲ ਦੇ ਵਿਸ਼ੇ ਦੇ ਨਾਲ ਜੋੜ ਕੇ ਪੜ੍ਹਾਉਣਾ ਹੈ। ਇਹਦੇ ਵਿੱਚ ਸਮਾਜਿਕ ਸਿੱਖਿਆ ਵਾਲੇ ਵਿਸ਼ੇ ਦੇ ਵਿੱਚ ਕੀ ਆਏਗਾ? ਪਰਿਵਾਰ, ਨਾਗਰਿਕਤਾ, ਘਰ, ਸਕੂਲ ਅਤੇ ਸਮਾਜ ਦੇ ਵਿੱਚ ਸਫਾਈ, ਪਾਣੀ, ਤਾਪਮਾਨ, ਕੁਦਰਤੀ ਸੰਸਾਧਨ, ਨੈਚੁਰਲ ਰਿਸੋਰਸਿਸ, ਵਾਤਾਵਰਣ 'ਚ ਚੀਜ਼ਾਂ ਦਾ ਆਪਸੀ ਤਾਲਮੇਲ, ਪਰਿਸਥਿਤੀ ਗਿਆਨ, ਜੀਵ ਜੰਤੂ, ਊਰਜਾ, ਬਿਮਾਰੀਆਂ, ਹਵਾ ਆਦਿ ਬਾਰੇ ਦੱਸਿਆ ਜਾਂਦਾ। ਮੀਨਸ ਜਿਹੜੇ ਕਿ ਜੇ ਤੁਸੀਂ ਸੋਸ਼ਲ ਸਟੱਡੀ ਦੇ ਵਿੱਚ ਟੌਪਿਕ ਪੜ੍ਹਦੇ ਹੋ ਉਹਨਾਂ ਦੇ ਤੁਸੀਂ ਇੱਥੇ ਸਾਰਿਆਂ ਦੇ ਨਾਂ ਲਿਖ ਸਕਦੇ ਹੋ ਜਿੰਨੇ ਵੀ ਤੁਹਾਨੂੰ ਯਾਦ ਹੋਣਗੇ। ਹੁਣ ਇਹ ਜਿਹੜੇ ਸਬਜੈਕਟ ਨੇ ਅਸੀਂ ਭਾਵੇਂ ਇਹਨੂੰ ਵਾਤਾਵਰਣ ਕਹਿ ਲਓ, ਭਾਵੇਂ ਤੁਸੀਂ ਇਹਨੂੰ ਸੋਸ਼ਲ ਸਟੱਡੀਜ਼, ਮੀਨਸ ਹੈਗੇ ਸਾਡੇ ਸਾਰੇ ਇਹ ਆਲੇ ਦੁਆਲੇ ਨਾਲ ਨੇ, ਵਾਤਾਵਰਣ ਦੇ ਨਾਲ ਸੰਬੰਧਿਤ ਨੇ। ਬਟ ਇਹ ਜਿੱਦਾਂ ਛੋਟੇ ਹੁੰਦੇ ਆ ਬੱਚੇ ਉਹਨਾਂ ਨੂੰ ਇਨਵਾਇਰਨਮੈਂਟ ਪੜ੍ਹਾਇਆ ਜਾਂਦਾ, ਵਾਤਾਵਰਣ ਪੜ੍ਹਾਇਆ ਜਾਂਦਾ। ਜਿਉਂ-ਜਿਉਂ ਬੱਚੇ ਵੱਡੇ ਹੋ ਜਾਂਦੇ ਨੇ ਉਹਨਾਂ ਲਈ ਜਿਹੜਾ ਸੋਸ਼ਲ ਸਟੱਡੀਜ਼ ਸਬਜੈਕਟ ਹੈ ਇਹਦੇ ਨਾਂ ਨਾਲ ਯੂਜ਼ ਕੀਤਾ ਜਾਂਦਾ ਹੈ। ਇਸ ਕਰਕੇ ਜਿਹੜੇ ਟੌਪਿਕ ਨੇ ਉਹ ਕਾਮਨ ਨੇ, ਬਟ ਜਿਉਂ-ਜਿਉਂ ਕਲਾਸ ਵੱਡੀ ਹੁੰਦੀ ਜਾਂਦੀ ਹੈ ਪੜ੍ਹਦੇ ਬੱਚੇ ਵਾਤਾਵਰਣ ਬਾਰੇ ਨੇ, ਬਟ ਉਹਨਾਂ ਦਾ ਜਿਹੜਾ ਕਨਸੈਪਟ ਆ ਉਹ ਵਾਈਡ ਹੋ ਜਾਂਦਾ ਹੈ। ਹੁਣ ਇੰਗਲਿਸ਼ ਦੇ ਵਿੱਚ ਇਨਵਾਇਰਨਮੈਂਟ ਰਿਪਰੈਜੈਂਟੇਸ਼ਨ ਇਨ ਟੈਕਸਟ ਬੁੱਕਸ, ਇਹ ਅਸੀਂ ਕਰ ਹੀ ਚੁੱਕੇ ਵੀ ਕਿਹੜੇ ਜਿਹੜੇ ਟੌਪਿਕ ਨੇ ਉਹ ਐਜ ਏ ਸੋਸ਼ਲ ਸਟੱਡੀ ਦੇ ਵਿੱਚ ਬੱਚਾ ਕਰਦਾ ਹੈ ਜੋ ਕਿ ਇਨਵਾਇਰਨਮੈਂਟ ਦੇ ਨਾਲ ਹੀ ਸਾਡੇ ਰਿਲੇਟਡ ਹੁੰਦੇ ਨੇ। ਫਿਰ ਇਹ ਮੈਥਮੈਟਿਕਸ, ਯੂਜ਼ਿੰਗ ਦਾ ਇਨਵਾਇਰਨਮੈਂਟ ਟੂ ਗੈਟ ਟੀਚਿੰਗ ਮਟੀਰੀਅਲਸ ਲਾਈਕ ਕਾਊਂਟਿੰਗ। ਹੁਣ ਮੈਥ ਦੇ ਵਿੱਚ ਕੀ ਪੜ੍ਹਦਾ ਹੈ ਬੱਚਾ? ਕਾਊਂਟਿੰਗ। ਉਹਨੂੰ ਕੀ ਕਰਨਾ ਹੈ? ਯੂਜ਼ਿੰਗ ਦਾ ਇਨਵਾਇਰਨਮੈਂਟ, ਅਸੀਂ ਇਨਵਾਇਰਨਮੈਂਟ ਨੂੰ ਯੂਜ਼ ਕਰਨਾ ਹੈ ਜਦੋਂ ਅਸੀਂ ਬੱਚਿਆਂ ਨੂੰ ਟੀਚ ਕਰਨਾ ਹੈ। ਕਿਸ ਤਰੀਕੇ ਨਾਲ? ਜਿਵੇਂ ਕਿ ਅਸੀਂ ਕਾਊਂਟਿੰਗ ਕਰਵਾਉਣੀ ਹੈ ਤਾਂ ਅਸੀਂ ਐਜ ਏ ਟੀਚਿੰਗ ਮਟੀਰੀਅਲ ਇਨਵਾਇਰਨਮੈਂਟ ਦੀ ਵਰਤੋਂ ਕਰਾਂਗੇ। ਯੂਜ਼ਿੰਗ ਦਾ ਇਨਵਾਇਰਨਮੈਂਟ ਐਜ਼ ਅ ਟੀਚਿੰਗ ਕੰਟੈਕਸਟ ਲਾਈਕ ਆਈਡੈਂਟੀਫਾਈਂਗ ਡਿਫਰੈਂਟ ਸ਼ੇਪਸ, ਮੀਨਸ ਜਿਹੜੀਆਂ ਡਿਫਰੈਂਟ ਸ਼ੇਪਸ ਨੇ ਅਸੀਂ ਉਹ ਵੀ ਜੋ ਸਾਡਾ ਆਲਾ ਦੁਆਲਾ ਇਨਵਾਇਰਨਮੈਂਟ
ਉਧਰ ਉਹਦੇ ਵਿੱਚ ਦਿਖਾਉਂਦੇ ਹੋਏ ਜਿਹੜਾ ਮੈਥਮੈਟਿਕਸ ਉਹ ਕਰਵਾ ਸਕਦੇ ਹਾਂ। ਮੇਜਰਮੈਂਟ ਉਸੇ ਤਰੀਕੇ ਨਾਲ ਕਰਵਾ ਸਕਦੇ ਹਾਂ। ਡਰਾਇੰਗ, ਸੈਟਿੰਗ ਮੈਥਮੈਟਿਕ ਪ੍ਰੋਬਲਮਸ ਰਿਲੇਟਡ ਟੂ ਦਾ ਇਨਵਾਇਰਨਮੈਂਟ, ਅਤੇ ਜਿਹੜੀਆਂ ਮੈਥ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਸੈੱਟ ਕਰ ਸਕਦੇ ਹਾਂ ਜੋ ਕਿ ਇਨਵਾਇਰਨਮੈਂਟ ਦੇ ਵਿੱਚ ਬੱਚਾ ਆਪਣੇ ਆਲੇ ਦੁਆਲੇ ਹੁੰਦੀਆਂ ਦੇਖ ਰਿਹਾ ਹੋਵੇ। ਨੈਕਸਟ ਵੋਕੇਸ਼ਨਲ ਸਕਿੱਲ। ਵੋਕੇਸ਼ਨਲ ਸਕਿੱਲਸ ਕਿਹੜੀਆਂ ਨੇ? ਲਾਈਕ ਮੇਕਿੰਗ ਬਾਸਕਟਸ, ਪੋਟਰੀ, ਲਾਂਡਰੀ, ਕੁਕਰੀ, ਐਗਰੀਕਲਚਰ। ਇਹ ਕੀ ਨੇ? ਜਿਵੇਂ ਕਿ ਪਰਸਨੈਲਿਟੀ ਐਂਡ ਸਪੋਰਟਸ, ਹੈਲਥ ਇਸ਼ੂਜ਼, ਪਰਸਨਲ ਹਾਈਜੀਨ, ਕੇਅਰ ਆਫ ਰਿਸੋਰਸਿਸ ਐਂਡ ਲਾਈਫ ਸਕਿੱਲਸ। ਜਿਹੜੀ ਇਨਫੋਰਮੇਸ਼ਨ ਕਮਿਊਨੀਕੇਸ਼ਨ ਅਤੇ ਟੈਕਨੋਲੋਜੀ ਹੈ ਉਹਨੂੰ ਵੀ ਵਰਤੋਂ ਦੇ ਵਿੱਚ ਲੈ ਕੇ ਆਉਣਾ ਹੈ। ਵੱਖ ਵੱਖ ਤਰ੍ਹਾਂ ਦੀ ਜਿਹੜੀ ਇਨਵਾਇਰਨਮੈਂਟ ਨਾਲ ਰਿਲੇਟਡ ਜਿਹੜੀ ਨੌਲੇਜ ਹੈ ਉਹ ਦੇਣ ਦੇ ਲਈ। ਨੈਕਸਟ ਹੈ ਲੈਂਗੁਏਜ। ਲੈਂਗੁਏਜ ਹੁੰਦਾ ਹੈ ਭਾਸ਼ਾਵਾਂ, ਕੋਈ ਵੀ ਭਾਸ਼ਾ। ਹੁਣ ਇਹਦੇ ਵਿੱਚ ਕੀ ਪੜ੍ਹਦੇ ਹਾਂ? ਸਟਰਕਚਰ, ਰੀਡਿੰਗ ਫॉर ਕੰਪਰੀਹੈਂਸ਼ਨ, ਵੋਕੈਬਲਰੀ ਐਂਡ ਕੰਪੋਜੀਸ਼ਨ, ਰਾਈਟਿੰਗ, ਇਹ ਸਾਰਾ ਕੁਝ ਹੁੰਦਾ ਹੈ। ਇਟ ਕੈਨ ਬੀ ਸੀਨ ਇਨ ਦਾ ਮੋਡ ਆਫ ਐਕਸਟੈਂਟ to which environmental education has been integrated into the subject differs from the subject to another। ਹੁਣ ਜੋ ਚੀਜ਼ ਤਾਂ ਅਸੀਂ ਲੈਂਗੁਏਜ ਦੇ ਵਿੱਚ ਪੜ੍ਹਾਂਗੇ ਉਹਨੂੰ ਅਸੀਂ ਅਲੱਗ ਤਰੀਕੇ ਨਾਲ ਲਵਾਂਗੇ, ਬਟ ਜੇਕਰ ਅਸੀਂ ਕਿਸੇ ਹੋਰ ਸਬਜੈਕਟ ਦੇ ਵਿੱਚ ਉਹੀ ਸੇਮ ਕੰਟੈਂਟ ਦਿੱਤਾ ਹੋਇਆ ਪੜ੍ਹ ਰਹੇ ਹਾਂ ਤਾਂ ਉਹ ਡਿਫਰੈਂਟ ਹੋਏਗਾ। ਹੁਣ ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾ ਰਹੀ ਹਾਂ ਦਿੱਤੀ ਹੋਈ। ਅਤੇ ਹੁਣ ਲੈਂਗੁਏਜਸ ਨੇ ਜਿਹੜੀਆਂ ਲੈਂਗੁਏਜ ਦੇ ਵਿੱਚ ਜੋ ਇਨਵਾਇਰਨਮੈਂਟ ਐਜੂਕੇਸ਼ਨ ਅਪੀਅਰਸ ਰੀਡਿੰਗ ਪੈਸੇਜ। ਇਨਵਾਇਰਨਮੈਂਟ ਐਜੂਕੇਸ਼ਨ ਦੇ ਵਿੱਚ ਕੀ ਹੋਏਗਾ? ਇੱਕ ਸਾਨੂੰ ਜਿਹੜਾ ਸਿਰਫ ਪੜ੍ਹਨ ਦੇ ਲਈ ਪੈਰਾਗ੍ਰਾਫ ਹੈ ਉਹੀ ਸ਼ੋਅ ਹੋਏਗਾ। ਠੀਕ ਹੈ ਜੀ। ਉਹਦੇ 'ਚ ਜਿਹੜਾ ਵੋਕੈਬਲਰੀ ਐਂਡ ਸਟਰਕਚਰ ਹੈ, ਐਕਸਾਈਜ਼ਰ ਐਨਰਿਚਡ ਬਾਏ ਇਨਵਾਇਰਨਮੈਂਟਲ ਨੋਸ਼ਨਸ। ਹੁਣ ਜਿਹੜੇ 'ਚ ਵੋਕੈਬਲਰੀ ਹੋਏਗੀ ਦਾ ਸਟਰਕਚਰ ਹੋਏਗਾ, ਐਕਸਰਸਾਈਜ਼ਸ ਹੋਣਗੀਆਂ ਉਹਦੀਆਂ, ਉਹ ਅਕੋਰਡਿੰਗ ਟੂ ਇਨਵਾਇਰਨਮੈਂਟ ਹੀ ਉਹਦੇ ਵਿੱਚ ਮੈਂਸ਼ਨ ਕੀਤੀਆਂ ਹੋਣਗੀਆਂ। ਮੀਨਜ਼ ਜਦੋਂ ਤਾਂ ਅਸੀਂ ਦੇਖੋ ਇਨਵਾਇਰਨਮੈਂਟ ਦੇ ਵਿੱਚ ਪੜ੍ਹ ਰਹੇ ਹਾਂ ਤਾਂ ਇੱਕ ਐਜ ਅਸੀਂ ਪੈਸੇਜ ਪੜ੍ਹਾਂਗੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੈਂਗੁਏਜ ਦੇ ਵਿੱਚ ਦਿੱਤਾ ਹੋਇਆ ਹੈ। ਬਟ ਜੇ ਕਿਸੇ ਹੋਰ ਸਬਜੈਕਟ ਦੇ ਵਿੱਚ ਮੰਨ ਲਓ ਸਾਇੰਸ ਦੇ ਵਿੱਚ ਦਿੱਤਾ ਹੋਇਆ ਹੈ ਤਾਂ ਅਸੀਂ ਉਹਨੂੰ ਸਾਇੰਟੀਫਿਕ ਵੇ ਨਾਲ ਉਸ ਤਰੀਕੇ ਨਾਲ ਅਸੀਂ ਉਹਨੂੰ ਕਲੀਅਰ ਕਰਾਂਗੇ। ਹੁਣ ਹੈਲਥ ਰਿਪ੍ਰੈਜੈਂਟੇਸ਼ਨਸ ਇਨ ਟੈਕਸਟ ਬੁੱਕਸ। ਕਿਤਾਬਾਂ 'ਚ ਸਿਹਤ ਦਾ ਚਿੱਤਰਣ। ਸਿਹਤ ਬਾਰੇ ਪ੍ਰਚਾਰ ਅਸੀਂ ਜ਼ਰੂਰ ਕਰਨਾ ਹੈ ਕਿਉਂਕਿ ਅਸੀਂ ਇਹਦੇ ਨਾਲ ਜਿਹੜੇ ਬੱਚੇ ਨੇ, ਲੋਕ ਨੇ, ਉਹਨਾਂ ਨੂੰ ਵਧੀਆ ਤਰੀਕੇ ਨਾਲ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਹੈ ਉਹ ਕਰ ਸਕਾਂਗੇ, ਜਿਹਦੇ ਨਾਲ ਉਹ ਤੰਦਰੁਸਤੀ ਨੂੰ ਵੀ ਬਣਾਈ ਰੱਖਣਗੇ। ਅਤੇ ਸਿਹਤ ਦੇ ਪ੍ਰਚਾਰ ਦਾ ਸਭ ਤੋਂ ਜਿਹੜਾ ਜ਼ਰੂਰੀ ਮਾਧਿਅਮ ਹੈ ਉਹ ਸਿਹਤ ਸਿੱਖਿਆ ਨੂੰ ਮੀਨਜ਼ ਫਿਜ਼ੀਕਲ ਐਜੂਕੇਸ਼ਨ ਨੂੰ, ਹੈਲਥ ਐਜੂਕੇਸ਼ਨ ਨੂੰ ਮੰਨਿਆ ਜਾਂਦਾ ਹੈ। ਅਤੇ ਸਕੂਲਾਂ ਦੇ ਵਿੱਚ ਅਸੀਂ ਬਹੁਤ ਈਜ਼ੀਲੀ ਇਸ ਵਿਸ਼ੇ ਦੇ ਉੱਪਰ ਜਿਹੜੀ ਰੌਸ਼ਨੀ ਪਾ ਸਕਦੇ ਹਾਂ, ਮੀਨਜ਼ ਇਸ ਰੌਸ਼ਨੀ ਦੇ ਦੁਆਰਾ ਜਿਹੜੀ ਜਾਣਕਾਰੀ ਉਹ ਪ੍ਰਦਾਨ ਕਰ ਸਕਦੇ ਹਾਂ। ਹੁਣ ਯੂਨੀਸੈਫ ਦੇ ਅਕੋਰਡਿੰਗ ਸਕੂਲਾਂ ਨੂੰ ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੂਚਨਾ ਅਤੇ ਪ੍ਰਸਾਰਣ ਦਾ ਮਾਧਿਅਮ ਮੰਨਿਆ ਜਾਂਦਾ ਹੈ, ਭਾਵੇਂ ਇਹ ਸੂਚਨਾ ਪਰਿਵਾਰ, ਸਮਾਜ ਜਾਂ ਬੱਚਿਆਂ ਤੱਕ ਹੀ ਪਹੁੰਚਦੀ ਹੋਵੇ। ਬਟ ਉਹੀ ਬੱਚੇ ਨੇ ਜਿਨ੍ਹਾਂ ਨੇ ਅੱਗੋਂ ਸੁਸਾਇਟੀ ਦੇ ਵਿੱਚ ਜਾਣਾ, ਫੈਮਿਲੀ ਦੇ ਵਿੱਚ ਜਾਣਾ ਅਤੇ ਅੱਗੋਂ ਹੋਰ ਲੋਕਾਂ ਨੂੰ ਉਹਨਾਂ ਨੇ ਗਾਈਡ ਕਰਨਾ ਹੁੰਦਾ ਹੈ। ਸਕੂਲ ਦੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਨੂੰ ਸਿਹਤ ਬਾਰੇ ਜਿਹੜੀ ਸਿੱਖਿਆ ਦੇਣ ਦੇ ਲਈ ਇੱਕ ਜ਼ਰੂਰੀ ਭਾਗ ਮੰਨਿਆ ਗਿਆ ਹੈ। ਇਹ ਕਲਾਸਰੂਮ ਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਮੇਜਰ ਟੂਲ ਦੇ ਤੌਰ 'ਤੇ ਵਰਤੋਂ ਦੇ ਵਿੱਚ ਲੈ ਕੇ ਆਈਆਂ ਜਾਂਦੀਆਂ ਨੇ। ਉਦਾਹਰਨ ਦੇ ਤੌਰ 'ਤੇ ਜਿਹੜੀ ਮਿਡ ਡੇ ਮੀਲ ਸਕੀਮ ਹੈ ਉਹਨੂੰ ਹੋਂਦ ਦੇ ਵਿੱਚ ਲਿਆਉਣਾ। ਹੁਣ ਜਿਹੜੀ ਮਿਡ ਡੇ ਮੀਲ ਸਕੀਮ ਹੈ ਉਹ ਬੱਚਿਆਂ ਦੀ ਸਿਹਤ ਦੇ ਨਾਲ ਰਿਲੇਟਡ ਹੈ, ਮੀਨਜ਼ ਬੱਚਿਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਉਹਨਾਂ ਨੂੰ ਜਿਹੜਾ ਪੌਸ਼ਟਿਕ ਭੋਜਨ ਹੈ ਉਹ ਦਿੱਤਾ ਜਾਂਦਾ ਹੈ। ਅਤੇ ਅਸੀਂ ਰਜੇ ਕਰ ਹੀ ਚੁੱਕੇ ਵੀ ਹਿਸਾਬ ਦੇ ਵਿੱਚ ਜਿਹੜਾ ਵਾਤਾਵਰਨ ਆ ਵਾਤਾਵਰਨ ਨੂੰ ਅਧਿਆਪਨ ਦੀ ਸਮੱਗਰੀ ਦੇ ਤੌਰ 'ਤੇ ਵਰਤੋਂ ਦੇ ਵਿੱਚ ਲਿਆਇਆ ਜਾਂਦਾ ਹੈ। ਜਿਵੇਂ ਕਿ ਵੱਖ ਵੱਖ ਜਿਹੜੀਆਂ ਸ਼ੇਪਸ ਨੇ, ਅਸੀਂ ਕੁਛ ਮੇਜਰਮੈਂਟ ਕਰਨੀ ਹੈ, ਕੋਈ ਡਰਾਇੰਗ ਹੈ ਅਤੇ ਵਾਤਾਵਰਨ ਦੀ ਤੱਤਾਂ ਦੀ ਇਹਨਾਂ ਦੇ ਵਿੱਚ ਵਰਤੋਂ ਕਰਨੀ ਹੈ। ਮੀਨਜ਼ ਅਸੀਂ ਵਾਤਾਵਰਨ ਨਾਲ ਲੈ ਕੇ ਚੱਲਣਾ ਹੈ, ਇਹ ਦਿਖਾਉਣਾ ਹੈ ਬੱਚਿਆਂ ਨੂੰ ਬਾਹਰੋਂ, ਉਹਦੇ ਅਕੋਰਡਿੰਗ ਹੀ ਬੱਚਿਆਂ ਨੂੰ ਅਸੀਂ ਜਿਹੜੀ ਨੌਲੇਜ ਹੈ ਉਹ ਪ੍ਰੋਵਾਈਡ ਕਰਨੀ ਹੈ। ਫਿਰ ਜਿਹੜੇ ਮੈਥ ਦੇ ਸਾਹਮਣੇ ਉਹਨਾਂ ਦੇ ਵਿੱਚ ਵੀ ਵਾਤਾਵਰਨ ਨੂੰ ਰੱਖ ਕੇ ਤਿਆਰ ਕੀਤੇ ਜਾਣੇ ਚਾਹੀਦੇ ਨੇ। ਭਾਵੇਂ ਜਿਹੜੀ ਸੂਚਨਾ ਅਤੇ ਟੈਕਨੋਲੋਜੀ ਦੀ ਮਦਦ ਦੇ ਨਾਲ ਅਸੀਂ ਵਾਤਾਵਰਨ ਬਾਰੇ ਜਿਹੜੀ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਾਂ, ਬਟ ਅਸੀਂ ਇਹ ਜਿਹੜੇ ਆਈਡੀਆਜ਼ ਨੇ ਉਹ ਯੂਜ਼ ਕਰਨੇ ਨੇ। ਬੱਚਿਆਂ ਨੂੰ ਵਾਤਾਵਰਨ ਦੇ ਅਨੁਸਾਰ ਰੋਜ਼ਗਾਰ ਦੇ ਜਿਹੜੀਆਂ ਸਕਿੱਲਸ ਨੇ ਉਹ ਵੀ ਪ੍ਰੋਵਾਈਡ ਕਰਾਉਣੀਆਂ ਨੇ, ਜਿਵੇਂ ਕਿ ਮਿੱਟੀ ਦੇ ਭਾਂਡੇ ਬਣਾਉਣੇ, ਕੋਈ ਕਿਸੇ ਵੀ ਤਰ੍ਹਾਂ ਦੀ ਕਲਾਕਾਰੀ ਹੈ, ਟੋਕਰੀਆਂ ਬਣਾਉਣੀਆਂ, ਖੇਤੀਬਾੜੀ ਹੋ ਗਈ, ਸਿਹਤ ਦੀ ਸੰਭਾਲ ਹੋ ਗਈ ਅਤੇ ਵਾਤਾਵਰਨ ਦੀ ਕਦਰ ਵਗੈਰਾ। ਹੁਣ ਜਿਹੜੀ ਭਾਸ਼ਾ ਬਾਰੇ ਅਸੀਂ ਹੁਣੇ ਪੜ੍ਹਿਆ ਸੀ, ਭਾਸ਼ਾ ਦੇ ਵਿੱਚ ਜਿਹੜੇ ਵਾਤਾਵਰਨ ਦੇ ਤੱਤਾਂ ਦੀ ਜਿਹੜੀ ਕਵਿਤਾ, ਸ਼ਬਦਾਵਲੀ, ਪੈਰੇ ਆਦਿ ਦੇ ਵਿੱਚ ਜਿਹੜੀ ਪੂਰੀ ਵਧੀਆ ਐਕਸਪਲੇਨੇਸ਼ਨ ਕੀਤੀ ਜਾਂਦੀ ਹੈ। ਅਤੇ ਸਾਡੇ ਸਮਾਜ 'ਚ ਵਾਤਾਵਰਨ ਦੀ ਸਿੱਖਿਆ ਦੇਣੀ ਬਹੁਤ ਹੀ ਅਹਿਮ ਹੈ, ਜਿਹਦੇ ਨਾਲ ਸਾਨੂੰ ਜਿਹੜਾ ਸਾਡਾ ਵਾਤਾਵਰਨ ਆ ਉਹਦੇ ਅਸੀਂ ਕਿਵੇਂ ਸਾਂਭ ਸੰਭਾਲ ਕਰਨੀ ਆ ਉਹਦੇ ਬਾਰੇ ਜਾਣਕਾਰੀ ਮਿਲੇਗੀ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਇਹ ਟੌਪਿਕ ਥੋੜ੍ਹਾ ਹੋ ਅਤੇ ਲੰਬਾ ਗਿਆ, ਬਟ ਤੁਸੀਂ ਸਹੀ ਤਰੀਕੇ ਨਾਲ ਇਹਨੂੰ ਕਰ ਸਕਦੇ ਹੋ। ਥੈਂਕਸ ਫॉर ਵਾਚਿੰਗ।